कि भाजपा ज्वाइन कर लिया। हालांकि कई दिन तो जो देखा जाए कलेश पिया हुआ सी क्योंकि टिकट ना मिलने करके उस बाद लगातार विरोध भी जताया पर कागज वापस ले रहे सी। दमन बीजेपी च शामिल हो ही गए हो पर कागज तुसी वापस लए उदों लगदा सी कि शायद कोई कांग्रेस ने मना लिया ਤੁਹਾਨੂੰ ਇੰਟਰਨਲੀ ਕੋਈ ਸੈਟਿੰਗ ਹੋ ਗਈ। ਨਹੀਂ, ਉਹਨਾਂ ਨੇ ਫੋਨ ਕਾਲਸ ਕੀਤੀਆਂ ਮੇਰੇ ਸਾਥੀਆਂ ਨੂੰ ਕੀਤੀਆਂ ਜਿਨ੍ਹਾਂ ਦੇ ਸਿਰ ਤੇ ਮੈਂ ਇਲੈਕਸ਼ਨ ਲੜਨੀ ਸੀ। ਉਹਨਾਂ ਦਾ ਮੋਰਾਲ ਡੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਗਿਆ ਕਿ ਅਸੀਂ ਦਾਮਨ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਦਾਮਨ ਸਾਡੇ ਨਾਲ ਗੱਲ ਨਹੀਂ ਕਰ ਰਹੀ। ਸੋ ਜਿਹੜੇ ਲੋਕ 20-22 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਵੀ ਉਸ ਚੀਜ਼ 'ਚ ਮਜਬੂਰ ਹੋ ਕੇ ਮੈਨੂੰ ਇਹ ਕਿਹਾ ਕਿ ਤੁਸੀਂ ਇੱਕ ਵਾਰੀ ਦੁਬਾਰਾ ਪਾਰਟੀ ਨੂੰ ਮੌਕਾ ਦਿਓ ਕਿ ਪਾਰਟੀ ਜੇ ਆਪਣੇ ਤੱਕ ਪਹੁੰਚ ਕਰ ਰਹੀ ਆ ਆਪਾਂ ਨੂੰ ਦੁਬਾਰਾ ਇੱਕ ਮੌਕਾ। ਪਰ ਉਹ ਸਾਰੀ ਇੱਕ ਸਕੀਮ ਸੀਗੀ ਮੇਰੇ ਕਾਗਜ਼ ਵਾਪਸ ਕਰਵਾਉਣ ਦੀ, ਇੱਕ ਜਿਹਨੂੰ ਕਹਿੰਦੇ ਆ ਕਿ ਸਾਜ਼ਿਸ਼ ਸੀਗੀ। ਜਿਸ ਮੌਕੇ ਤੇ ਕਾਗਜ਼ ਵਾਪਸ ਹੋ ਗਏ, ਜਿਸ ਮੌਕੇ ਤੇ ਮੈਂ ਕਾਗਜ਼ ਵਾਪਸ ਲੈ ਲਏ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਉਹੀ ਰਵੱਈਆ ਹੋ ਗਿਆ। ਪਰ ਕਾਂਗਰਸ 'ਚ ਐਡੀ ਵੱਡੀ ਨਾਰਾਜ਼ਗੀ ਖੜੀ ਹੋ ਗਈ ਨਵਜੋਤ ਸਿੱਧੂ ਵਰਗੇ ਚਿਹਰੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿਸਟਮ ਪੁਰਾਣਾ ਬਦਲਤਾ, ਕੈਪਟਨ ਗਏ ਤੇ ਅਸੀਂ ਸਾਰੀਆਂ ਚੀਜ਼ਾਂ ਬਦਲਤੀਆਂ। ਚੰਨੀ ਜੀ ਕਹਿੰਦੇ ਆਮ ਘਰੋਂ ਆਉਂਦੇ ਨੇ। ਫਿਰ ਵੀ ਜਾ ਕੇ ਦੇਖਿਆ ਜਾਵੇ ਤੁਹਾਡੇ ਵਰਗੀ ਕੁੜੀਆਂ ਜਦੋਂ ਰੌਲਾ ਪਾਉਂਦੀਆਂ ਜਾਂ ਬਾਕੀ ਹੋਰ ਸੀਟਾਂ ਤੇ ਵੀ ਹੋਇਆ ਤਾਂ ਇਹ ਸਿਸਟਮ ਕੀ ਉਹੀ ਚੱਲਿਆ ਰਿਹਾ, ਬਸ ਗੱਲਾਂ ਹੀ ਬਾਤਾਂ ਬਦਲੀਆਂ ਨੇ। ਬਿਲਕੁਲ ਜੀ, ਸਗੋਂ ਮੈਂ ਤਾਂ ਕਹਿੰਦੀ ਹਾਂ ਕਿ ਪਿਛਲੀ ਵਾਰ ਜੋ ਟਿਕਟਾਂ ਦੀ ਵੰਡ ਸੀਗੀ ਉਹ ਬਹੁਤ ਹੀ ਨਿਰਪੱਖ ਹੋ ਕੇ ਔਰ ਹਰ ਚੀਜ਼ ਤੋਂ ਉੱਪਰ ਉੱਠ ਕੇ ਜੋ ਕਨਸਟੀਟਿਊਸ਼ਨਲੀ ਜੋ ਉਹਨਾਂ ਨੇ ਕਾਨੂੰਨ ਬਣਾਏ ਸੀ ਉਸ ਹਿਸਾਬ ਨਾਲ ਹੋਏ ਸੀ, ਜਿਸ ਕਰਕੇ ਕਾਂਗਰਸ ਦੇ ਇੰਨੇ ਵਧੀਆ ਨਤੀਜੇ ਵੀ ਰਹੇ ਸੀ। ਪਰ ਇਸ ਵਾਰ ਤਾਂ ਕੋਈ ਕਾਨੂੰਨ, ਕੋਈ ਰੂਲਸ, ਕੋਈ ਕੁਛ ਲਾਗੂ ਨਹੀਂ ਹੋਇਆ। ਸਭ ਕੁਝ ਛਿੱਕੇ ਟੰਗ ਕੇ ਸਿਰਫ ਲੀਡਰਾਂ ਨੇ ਆਪਣੀ ਮਨਮਰਜ਼ੀ ਕੀਤੀ। ਸ਼ਿਕਾਵਤ ਜੀ ਨੇ ਕਹਿਤਾ ਕਹਿੰਦੇ ਸਿਕਿਉਰਟੀਆਂ ਤੱਕ ਦੀ ਗੱਲਾਂ ਜਾਣ ਲੱਗ ਗਈਆਂ ਨੇ। ਤੁਹਾਡੇ ਵੀ ਇੰਟਰਵਿਊ ਚੱਲਦੇ ਤੁਹਾਡੇ ਹਸਬੈਂਡ ਨੇ ਦੱਸਿਆ ਕਹਿੰਦੇ ਆਖਰੀ ਰਹਿੰਦਾ ਸੀ ਗਨਮੈਨ ਉਹ ਵੀ ਚਲਾ ਗਿਆ। ਇਹ ਇਹੋ ਜਿਹੀ ਸਿਆਸਤ ਕਿੱਥੇ ਤੱਕ ਦੇਖਦੇ ਹੋ ਵੀ ਅੱਜ ਕੀ ਥ੍ਰੈਟ ਫਿਰ ਖਤਮ ਹੋ ਗਿਆ ਦਮਨ ਨੂੰ ਜੇ ਪਹਿਲਾਂ ਜੇ ਹੈਗਾ ਸੀਗਾ ਜੀ? ਨਹੀਂ, ਚਲੋ ਦੇਖੋ ਮੈਨੂੰ ਪਹਿਲਾਂ ਵੀ ਸਿਕਿਉਰਿਟੀ ਇੱਕ ਫੀਮੇਲ ਹੋਣ ਦੇ ਨਾਤੇ ਮਿਲੀ ਸੀ ਕਿਉਂਕਿ ਇੱਕ ਫੀਮੇਲ ਨੂੰ ਜਦੋਂ ਰਾਤ ਬਰਾਤੇ ਅਸੀਂ ਕਿਤੇ ਜਾਣਾ ਹੁੰਦਾ, ਕੋਈ ਪਿੰਡਾਂ 'ਚ ਜਾਣਾ ਹੁੰਦਾ ਤਾਂ ਓਬਵੀਅਸਲੀ ਇੱਕ ਲੇਡੀ ਹੋਣ ਦੇ ਨਾਤੇ ਜਿਹੜੀ ਥ੍ਰੈਟ ਪਰਸੈਪਸ਼ਨ ਜੋ ਵੀ ਸੀਗਾ ਉਸ ਦੇ ਆਧਾਰ ਤੇ ਮਿਲੀ ਸੀਗੀ। ਤੇ ਜੇ ਵਾਪਸ ਹੋ ਗਈ ਤਾਂ ਕੋਈ ਗੱਲ ਨਹੀਂ, ਮੈਂ ਕਿਹੜਾ ਕੋਈ ਗਨਮੈਨਾਂ ਦੇ ਨਾਲ ਹੀ ਪੈਦਾ ਹੋਈ ਸੀਗੀ। ਮੈਂ ਇੱਕ ਫੌਜੀ ਦੀ ਧੀ ਹਾਂ ਔਰ ਮੈਂ ਆਪਣੀ ਸੁਰੱਖਿਆ ਆਪ ਕਰ ਸਕਦੀ ਹਾਂ। ਜੇ ਵਾਪਸ ਹੋ ਗਏ ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਅਸੀਂ ਜਿਹੜਾ ਗਰਾਊਂਡ ਤੇ ਕੰਮ ਕਰਨਾ ਉਹ ਨਿਰੰਤਰ ਜਾਰੀ। ਕਾਂਗਰਸ ਨੇ ਸਪਸ਼ਟ ਕਿਹਾ ਸੀ ਵੀ ਇੱਕ ਪਰਿਵਾਰ 'ਚ 2 ਟਿਕਟਾਂ ਨਹੀਂ ਦੇਵਾਂਗੇ। ਕਈ ਜਗ੍ਹਾ ਤੇ ਇਸ ਚੀਜ਼ ਦਾ ਇਹ ਵੀ ਕਿਹਾ ਗਿਆ ਵੀ ਚੰਨੀ ਦੇ ਭਾਈ ਨੂੰ ਵੀ ਇਸ ਕਰਕੇ ਨਹੀਂ ਮਿਲੀ ਹੈਗੀ। ਪਰ ਦੇਖਿਆ ਜਾਵੇ ਹੁਣ ਤੁਸੀਂ ਕਿਹਾ ਵੀ ਆਖਰੀ ਪਰਿਵਾਰਵਾਦ ਵਧਾਉਣ ਵਾਸਤੇ ਅੱਗੇ ਟਿਕਟਾਂ ਦਵਾਤੀਆਂ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਮੇਰੀ ਸੀਟ ਤੇ ਜਿਹਨੂੰ ਟਿਕਟ ਮਿਲੀ ਹੈ ਉਹ ਇੱਕ ਐਮਐਲਏ ਦਾ ਭਤੀਜਾ ਹੈ। ਅਮਰਗੜ੍ਹ 'ਚ ਜਿਹਨਾਂ ਨੂੰ ਟਿਕਟ ਮਿਲੀ ਹੈ ਉਹ ਨਵਜੋਤ ਸਿੰਘ ਸਿੱਧੂ ਜੀ ਦੇ ਭਤੀਜੇ ਨੇ। ਸੋ ਇਹ ਪਰਿਵਾਰਵਾਦ ਹੀ ਹੈ, ਹੋਰ ਕੀ ਹੈ। ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ 2-2 ਟਿਕਟਾਂ ਮਿਲੀਆਂ। ਕਈ ਸਿਟਿੰਗ ਐਮਪੀਜ਼ ਦੇ ਬੱਚੇ ਵੀ ਇਲੈਕਸ਼ਨ ਲੜ ਰਹੇ ਆ। ਸੋ ਇਹ ਚੀਜ਼ਾਂ ਸਾਰੀਆਂ ਨਜ਼ਰ ਆਉਂਦੀਆਂ, ਲੋਕਾਂ ਨੂੰ ਨਜ਼ਰ ਆ ਰਹੀਆਂ ਔਰ ਪਰਿਵਾਰਵਾਦ ਹੋਇਆ ਹੈ। ਬਿਲਕੁਲ ਇੱਕ ਆਖਿਰ 'ਚ ਇਹਨਾਂ ਦੱਸ ਦਿਓ ਕਿ ਹੁਣ ਕਿਉਂਕਿ ਹੁਣ ਚਲੋ ਕਾਗਜ਼ ਤਾਂ ਤੁਸੀਂ ਵਾਪਸ ਲੈ ਲੈਣੇ, ਫਿਰ ਉੱਥੇ ਹੁਣ ਡਟਵਾਂ ਵਿਰੋਧ ਕਿਹਦਾ ਰਹੂਗਾ, ਕਾਂਗਰਸ ਦਾ ਜਾਂ ਫਿਰ ਆਮ ਆਦਮੀ ਪਾਰਟੀ ਦਾ? ਕਿਉਂਕਿ ਟੱਕਰ ਲੈਣ ਨੂੰ ਕਹਿੰਦੇ ਸੀ ਵੀ ਆਪ ਵਾਲੇ ਨਾਲ ਜੇ ਲੈਊਗੀ ਅਮਨ ਨਾਲ ਤਾਂ ਦਮ ਨਹੀਂ ਲੈ ਸਕਦੀ ਹੈਗੀ। ਇਹ ਤੁਹਾਡੀ ਚੱਲਦੀ ਹੁੰਦੀ ਸੀ ਸੋਸ਼ਲ ਮੀਡੀਆ ਤੇ। ਹੁਣ ਫਿਰ ਭਾਜਪਾ ਨੂੰ ਜਿਤਾਉਣ ਵਾਸਤੇ ਖੜੋਗੇ? ਨਹੀਂ, ਦੇਖੋ ਦਾਮਨ ਜੇ ਪਹਿਲਾਂ ਵੀ ਟੱਕਰ ਲੈ ਸਕਦੀ ਸੀ ਤਾਂ ਆਪਣੇ ਕੰਮਾਂ ਦੇ ਆਧਾਰ ਤੇ ਲੈ ਸਕਦੀ ਔਰ ਦਾਮਨ ਦੇ ਕੰਮ ਉਸੇ ਤਰੀਕੇ ਚੱਲਦੇ ਰਹਿਣਗੇ। ਕੋਈ ਕਿਸੇ ਦਾ ਵਿਰੋਧ ਨਹੀਂ, ਸਿਰਫ ਜਿਹੜੀ ਜੋ ਗਰਾਊਂਡ ਤੇ ਲੜਾਈ ਹੈ, ਕੰਮਾਂ ਦੀ ਲੜਾਈ ਹੈ, ਸੁਨਾਮ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਉਸ ਦੀ ਲੜਾਈ ਹੈ, ਤਾਂ ਉਹ ਮੇਰੀ ਨਿਰੰਤਰ ਜਾਰੀ ਹੈ। ਕਿਸਾਨਾਂ ਨਾਲ ਵਿਰੋਧ ਜਾਂ ਤਾਂ ਨਹੀਂ ਕਿਤੇ ਰਹੂਗਾ ਕਿਉਂਕਿ ਬੀਜੇਪੀ ਨੂੰ ਲੈ ਕੇ ਕਾਫੀ ਨਿਰਾਸ਼ਾ ਰਹੀ। ਨਹੀਂ, ਦੇਖੋ ਜੋ ਕਿਸਾਨੀ ਕਾਨੂੰਨ ਸੀਗੇ ਉਹ ਗਲਤ ਸੀਗੇ। ਅਸੀਂ ਉਦੋਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਸੀ। ਅੱਗੇ ਇਹੋ ਜਿਹਾ ਮਾਹੌਲ ਆਊਗਾ ਤਾਂ ਦੁਬਾਰਾ ਖੜਾਂਗੇ, ਆਵਾਜ਼ ਉਠਾਵਾਂਗੇ। ਪਰ ਹਾਂ, ਅੱਜ ਜਦੋਂ ਪ੍ਰਧਾਨ ਮੰਤਰੀ ਜੀ ਨੇ ਉਹਦੇ ਲਈ ਮਾਫੀ ਮੰਗ ਲਈ, ਉਹ ਕਾਨੂੰਨ ਵਾਪਸ ਹੋ ਗਏ, ਤਾਂ ਮੈਨੂੰ ਲੱਗਦਾ ਕਿ ਲੋਕੀ ਵੀ ਇੰਨੇ ਅਵੇਅਰ ਹੈਗੇ, ਉਹ ਵੀ ਉਸ ਗੱਲ ਨੂੰ ਸਮਝਦੇ ਆ ਔਰ ਅੱਗੇ ਲੋਕਾਂ ਨੂੰ ਬਹੁਤ ਵੱਡੀਆਂ ਅਪੇਖਸ਼ਾਵਾਂ ਹੈ ਪ੍ਰਧਾਨ ਮੰਤਰੀ ਜੀ ਤੋਂ ਕਿ ਬਹੁਤ ਵੱਡੇ ਜਿਹੜੇ ਹੈਗੇ ਜਿਹੜੇ ਅਨਾਉਂਸਮੈਂਟਸ ਕਿਸਾਨਾਂ ਵਾਸਤੇ ਹੋਣ ਜਾ ਰਹੇ। ਬਹੁਤ ਬਹੁਤ ਧੰਨਵਾਦ ਇਸ ਦਮਨ ਬਾਜਵਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਖਰਕਾਰ ਕਾਂਗਰਸ ਕਰਨਾ ਕਿੰਨੀ ਵੱਡੀ ਪਰ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਤਾਂ ਉਦੋਂ ਬਾਅਦ ਦੇ ਹਾਲਾਤ ਇਹ ਬਣਦੇ ਨਜ਼ਰ ਆਉਂਦੇ ਨੇ ਕਿ ਕਿਤੇ ਨਾ ਕਿਤੇ ਹੁਣ ਬੀਜੇਪੀ ਦਾ ਪੱਲਾ ਫੜਦੇ ਹੋਏ ਲੀਡਰ ਸਾਹਮਣੇ ਦਿਖ ਰਹੇ। ਪਰ ਆਖਰਕਾਰ ਕਾਂਗਰਸ ਵਾਸਤੇ ਕੀ ਸਥਿਤੀ ਮਾਰੂ ਪੈ ਸਕਦੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਦੇਖਿਆ ਜਾਵੇ ਲੋਕ ਨਾਲ ਅਜਿਹੇ ਮੌਕਿਆਂ ਦੇ ਉੱਤੇ ਜੋੜਦੇ ਨੇ ਇੱਕ ਜਾਣੇ ਨੂੰ ਵੀ, ਪਰ ਐਡਾ ਵੱਡਾ ਤੌਰ ਤੇ ਦੇਖਿਆ ਜਾਵੇ ਕੁਣਬਾ ਖਾਲੀ ਹੋਣ ਲੱਗ ਜੇ ਤਾਂ ਹੁਣ ਹਾਲਾਤ ਕਾਂਗਰਸ ਦੇ ਆਉਂਦੇ ਦਿਨਾਂ ਦੇ ਵਿੱਚ ਕੀ ਰਹਿਣ ਵਾਲੇ ਨੇ। ਸੀਨੀਅਰ ਵੀਡੀਓ ਐਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ। ਦਮਨ ਬਾਜਵਾ ਨੇ ਜਿਹੜਾ ਕਿ ਭਾਜਪਾ ਜੁਆਇਨ ਕਰ ਲਿਆ। ਹਾਲਾਂਕਿ ਕਈ ਦਿਨ ਤੋਂ ਜੇ ਦੇਖਿਆ ਜਾਵੇ ਕਲੇਸ਼ ਪਿਆ ਹੋਇਆ ਸੀ ਕਿਉਂਕਿ ਟਿਕਟ ਨਾ ਮਿਲਣ ਕਰਕੇ ਉਦੋਂ ਬਾਅਦ ਲਗਾਤਾਰ ਵਿਰੋਧ ਵੀ ਜਤਾਇਆ ਪਰ ਕਾਗਜ਼ ਵਾਪਸ ਲੈ ਰਹੇ ਸੀ। ਦਮਨ ਬੀਜੇਪੀ 'ਚ ਤਾਂ ਸ਼ਾਮਲ ਹੋ ਹੀ ਗਏ ਹੋ ਪਰ ਕਾਗਜ਼ ਤੁਸੀਂ ਵਾਪਸ ਲਏ ਉਦੋਂ ਲੱਗਦਾ ਸੀ ਵੀ ਕਿ ਸ਼ਾਇਦ ਕੋਈ ਕਾਂਗਰਸ ਨੇ ਮਨਾ ਲਿਆ ਤੁਹਾਨੂੰ, ਇੰਟਰਨਲੀ ਕੋਈ ਸੈਟਿੰਗ ਹੋ ਗਈ? ਨਹੀਂ, ਉਹਨਾਂ ਨੇ ਫੋਨ ਕਾਲਸ ਕੀਤੀਆਂ ਮੇਰੇ ਸਾਥੀਆਂ ਨੂੰ ਕੀਤੀਆਂ ਜਿਨ੍ਹਾਂ ਦੇ ਸਿਰ ਤੇ ਮੈਂ ਇਲੈਕਸ਼ਨ ਲੜਨੀ ਸੀ। ਉਹਨਾਂ ਦਾ ਮੋਰਾਲ ਡੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਗਿਆ ਕਿ ਅਸੀਂ ਦਾਮਨ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਦਾਮਨ ਸਾਡੇ ਨਾਲ ਗੱਲ ਨਹੀਂ ਕਰ ਰਹੀ। ਸੋ ਜਿਹੜੇ ਲੋਕ 20-22 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ
ਉਹਨਾਂ ਨੇ ਵੀ ਉਸ ਚੀਜ਼ 'ਚ ਮਜਬੂਰ ਹੋ ਕੇ ਮੈਨੂੰ ਇਹ ਕਿਹਾ ਕਿ ਤੁਸੀਂ ਇੱਕ ਵਾਰੀ ਦੁਬਾਰਾ ਪਾਰਟੀ ਨੂੰ ਮੌਕਾ ਦਿਓ ਕਿ ਪਾਰਟੀ ਜੇ ਆਪਣੇ ਤੱਕ ਪਹੁੰਚ ਕਰ ਰਹੀ ਆ ਆਪਾਂ ਨੂੰ ਦੁਬਾਰਾ ਇੱਕ ਮੌਕਾ ਪਰ ਉਹ ਸਾਰੀ ਇੱਕ ਸਕੀਮ ਸੀਗੀ ਮੇਰੇ ਕਾਗਜ਼ ਵਾਪਸ ਕਰਵਾਉਣ ਦੀ ਇੱਕ ਜਿਹਨੂੰ ਕਹਿੰਦੇ ਆ ਕਿ ਸਾਜ਼ਿਸ਼ ਸੀਗੀ ਜਿਸ ਮੌਕੇ ਤੇ ਕਾਗਜ਼ ਵਾਪਸ ਹੋ ਗਏ ਜਿਸ ਮੌਕੇ ਤੇ ਮੈਂ ਕਾਗਜ਼ ਵਾਪਸ ਲੈ ਲਏ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਉਹੀ ਰਵੱਈਆ ਹੋ ਗਿਆ। ਪਰ ਕਾਂਗਰਸ 'ਚ ਐਡੀ ਵੱਡੀ ਨਾਰਾਜ਼ਗੀ ਖੜੀ ਹੋ ਗਈ ਨਵਜੋਤ ਸਿੱਧੂ ਵਰਗੇ ਚਿਹਰੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿਸਟਮ ਪੁਰਾਣਾ ਬਦਲਤਾ ਕੈਪਟਨ ਗਏ ਤੇ ਅਸੀਂ ਸਾਰੀਆਂ ਚੀਜ਼ਾਂ ਬਦਲਤੀਆਂ। ਚੰਨੀ ਜੀ ਕਹਿੰਦੇ ਆਮ ਘਰੋਂ ਆਉਂਦੇ ਨੇ ਫਿਰ ਵੀ ਜਾ ਕੇ ਦੇਖਿਆ ਜਾਵੇ ਤੁਹਾਡੇ ਵਰਗੀ ਕੁੜੀਆਂ ਜਦੋਂ ਰੌਲਾ ਪਾਉਂਦੀਆਂ ਜਾਂ ਬਾਕੀ ਹੋਰ ਸੀਟਾਂ ਤੇ ਵੀ ਹੋਇਆ ਤਾਂ ਇਹ ਸਿਸਟਮ ਕੀ ਉਹੀ ਚੱਲਿਆ ਰਿਹਾ ਬਸ ਗੱਲਾਂ ਹੀ ਬਾਤਾਂ ਬਦਲੀਆਂ ਨੇ। ਬਿਲਕੁਲ ਜੀ ਸਗੋਂ ਮੈਂ ਤਾਂ ਕਹਿੰਦੀ ਹਾਂ ਕਿ ਪਿਛਲੀ ਵਾਰ ਜੋ ਟਿਕਟਾਂ ਦੀ ਵੰਡ ਸੀਗੀ ਉਹ ਬਹੁਤ ਹੀ ਨਿਰਪੱਖ ਹੋ ਕੇ ਔਰ ਹਰ ਚੀਜ਼ ਤੋਂ ਉੱਪਰ ਉੱਠ ਕੇ ਜੋ ਕਨਸਟੀਟਿਊਸ਼ਨਲੀ ਜੋ ਉਹਨਾਂ ਨੇ ਕਾਨੂੰਨ ਬਣਾਏ ਸੀ ਉਸ ਹਿਸਾਬ ਨਾਲ ਹੋਏ ਸੀ ਜਿਸ ਕਰਕੇ ਕਾਂਗਰਸ ਦੇ ਇੰਨੇ ਵਧੀਆ ਨਤੀਜੇ ਵੀ ਰਹੇ ਸੀ। ਪਰ ਇਸ ਵਾਰ ਤਾਂ ਕੋਈ ਕਾਨੂੰਨ ਕੋਈ ਰੂਲਸ ਕੋਈ ਕੁਝ ਲਾਗੂ ਨਹੀਂ ਹੋਇਆ ਸਭ ਕੁਝ ਛਿੱਕੇ ਟੰਗ ਕੇ ਸਿਰਫ ਲੀਡਰਾਂ ਨੇ ਆਪਣੀ ਮਨਮਰਜ਼ੀ ਕੀਤੀ। ਸ਼ਿਕਾਵਤ ਜੀ ਨੇ ਕਹਿ ਦਿੱਤਾ ਕਹਿੰਦੇ ਸਿਕਿਉਰਟੀਆਂ ਤੱਕ ਦੀ ਗੱਲਾਂ ਜਾਣ ਲੱਗ ਗਈਆਂ ਨੇ ਤੁਹਾਡੇ ਵੀ ਇੰਟਰਵਿਊ ਚੱਲਦੇ ਤੁਹਾਡੇ ਹਸਬੈਂਡ ਨੇ ਦੱਸਿਆ ਕਹਿੰਦੇ ਆਖਰੀ ਰਹਿੰਦਾ ਸੀ ਗਨਮੈਨ ਉਹ ਵੀ ਚਲਾ ਗਿਆ। ਇਹ ਇਹੋ ਜਿਹੀ ਸਿਆਸਤ ਕਿੱਥੇ ਤੱਕ ਦੇਖਦੇ ਹੋ ਵੀ ਅੱਜ ਕੀ ਥ੍ਰੈਟ ਫਿਰ ਖਤਮ ਹੋ ਗਿਆ ਦਮਨ ਨੂੰ ਜੇ ਪਹਿਲਾਂ ਜੇ ਹੈਗਾ ਸੀਗਾ ਜੀ? ਨਹੀਂ ਚਲੋ ਦੇਖੋ ਮੈਨੂੰ ਪਹਿਲਾਂ ਵੀ ਸਿਕਿਉਰਿਟੀ ਇੱਕ ਫੀਮੇਲ ਹੋਣ ਦੇ ਨਾਤੇ ਮਿਲੀ ਸੀ ਕਿਉਂਕਿ ਇੱਕ ਫੀਮੇਲ ਨੂੰ ਜਦੋਂ ਰਾਤ ਬਰਾਤੇ ਅਸੀਂ ਕਿਤੇ ਜਾਣਾ ਹੁੰਦਾ ਕੋਈ ਪਿੰਡਾਂ 'ਚ ਜਾਣਾ ਹੁੰਦਾ ਤਾਂ ਓਬਵੀਅਸਲੀ ਇੱਕ ਲੇਡੀ ਹੋਣ ਦੇ ਨਾਤੇ ਜਿਹੜੀ ਥ੍ਰੈਟ ਪਰਸੈਪਸ਼ਨ ਜੋ ਵੀ ਸੀਗਾ ਉਸ ਦੇ ਆਧਾਰ ਤੇ ਮਿਲੀ ਸੀਗੀ ਤੇ ਜੇ ਵਾਪਸ ਹੋ ਗਈ ਤਾਂ ਕੋਈ ਗੱਲ ਨਹੀਂ। ਮੈਂ ਕਿਹੜਾ ਕੋਈ ਗਨਮੈਨਾਂ ਦੇ ਨਾਲ ਹੀ ਪੈਦਾ ਹੋਈ ਸੀਗੀ ਮੈਂ ਇੱਕ ਫੌਜੀ ਦੀ ਧੀ ਹਾਂ ਔਰ ਮੈਂ ਆਪਣੀ ਸੁਰੱਖਿਆ ਆਪ ਕਰ ਸਕਦੀ ਹਾਂ। ਜੇ ਵਾਪਸ ਹੋ ਗਏ ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਅਸੀਂ ਜਿਹੜਾ ਗਰਾਊਂਡ ਤੇ ਕੰਮ ਕਰਨਾ ਉਹ ਨਿਰੰਤਰ ਜਾਰੀ। ਕਾਂਗਰਸ ਨੇ ਸਪਸ਼ਟ ਕਿਹਾ ਸੀ ਵੀ ਇੱਕ ਪਰਿਵਾਰ 'ਚ 2 ਟਿਕਟਾਂ ਨਹੀਂ ਦੇਵਾਂਗੇ। ਕਈ ਜਗ੍ਹਾ ਤੇ ਇਸ ਚੀਜ਼ ਦਾ ਇਹ ਵੀ ਕਿਹਾ ਗਿਆ ਵੀ ਚੰਨੀ ਦੇ ਭਾਈ ਨੂੰ ਵੀ ਇਸ ਕਰਕੇ ਨਹੀਂ ਮਿਲੀ ਹੈਗੀ। ਪਰ ਦੇਖਿਆ ਜਾਵੇ ਹੁਣ ਤੁਸੀਂ ਕਿਹਾ ਵੀ ਆਖਰੀ ਪਰਿਵਾਰਵਾਦ ਵਧਾਉਣ ਵਾਸਤੇ ਅੱਗੇ ਟਿਕਟਾਂ ਦਵਾਤੀਆਂ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਮੇਰੀ ਸੀਟ ਤੇ ਜਿਹਨੂੰ ਟਿਕਟ ਮਿਲੀ ਆ ਉਹ ਇੱਕ ਐਮਐਲਏ ਦਾ ਭਤੀਜਾ ਹੈ। ਅਮਰਗੜ੍ਹ 'ਚ ਜਿਹਨਾਂ ਨੂੰ ਟਿਕਟ ਮਿਲੀ ਆ ਉਹ ਨਵਜੋਤ ਸਿੰਘ ਸਿੱਧੂ ਜੀ ਦੇ ਭਤੀਜੇ ਨੇ। ਸੋ ਇਹ ਪਰਿਵਾਰਵਾਦ ਹੀ ਹੈ ਹੋਰ ਕੀ ਹੈ। ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ 2 ਟਿਕਟਾਂ ਮਿਲੀਆਂ ਕਈ ਸਿਟਿੰਗ ਐਮਪੀਜ਼ ਦੇ ਬੱਚੇ ਵੀ ਇਲੈਕਸ਼ਨ ਲੜ ਰਹੇ। ਸੋ ਇਹ ਚੀਜ਼ਾਂ ਸਾਰੀਆਂ ਨਜ਼ਰ ਆਉਂਦੀਆਂ ਲੋਕਾਂ ਨੂੰ ਨਜ਼ਰ ਆ ਰਹੀਆਂ ਔਰ ਪਰਿਵਾਰਵਾਦ ਹੋਇਆ ਹੈ ਬਿਲਕੁਲ। ਇੱਕ ਆਖਿਰ 'ਚ ਇਹਨਾਂ ਦੱਸ ਦਿਓ ਕਿ ਹੁਣ ਕਿਉਂਕਿ ਹੁਣ ਚਲੋ ਕਾਗਜ਼ ਤਾਂ ਤੁਸੀਂ ਵਾਪਸ ਲੈ ਲੈਣੇ ਫਿਰ ਉੱਥੇ ਹੁਣ ਡਟਵਾਂ ਵਿਰੋਧ ਕਿਹਦਾ ਰਹੂਗਾ ਕਾਂਗਰਸ ਦਾ ਜਾਂ ਫਿਰ ਆਮ ਆਦਮੀ ਪਾਰਟੀ ਦਾ? ਕਿਉਂਕਿ ਟੱਕਰ ਲੈਣ ਨੂੰ ਕਹਿੰਦੇ ਸੀ ਵੀ ਆਪ ਵਾਲੇ ਨਾਲ ਜੇ ਲੈਊਗੀ ਅਮਨ ਨਾਲ ਤਾਂ ਦਮ ਨਹੀਂ ਲੈ ਸਕਦੀ ਹੈਗੀ। ਇਹ ਤੁਹਾਡੀ ਚੱਲਦੀ ਹੁੰਦੀ ਸੀ ਸੋਸ਼ਲ ਮੀਡੀਆ ਤੇ। ਹੁਣ ਫਿਰ ਭਾਜਪਾ ਨੂੰ ਜਿਤਾਉਣ ਵਾਸਤੇ ਖੜੋਗੇ? ਨਹੀਂ ਦੇਖੋ ਦਾਮਨ ਜੇ ਪਹਿਲਾਂ ਵੀ ਟੱਕਰ ਲੈ ਸਕਦੀ ਸੀ ਤਾਂ ਆਪਣੇ ਕੰਮਾਂ ਦੇ ਆਧਾਰ ਤੇ ਲੈ ਸਕਦੀ ਔਰ ਦਾਮਨ ਦੇ ਕੰਮ ਉਸੇ ਤਰੀਕੇ ਚੱਲਦੇ ਰਹਿਣਗੇ। ਕੋਈ ਕਿਸੇ ਦਾ ਵਿਰੋਧ ਨਹੀਂ ਸਿਰਫ ਜਿਹੜੀ ਜੋ ਗਰਾਊਂਡ ਤੇ ਲੜਾਈ ਹੈ ਕੰਮਾਂ ਦੀ ਲੜਾਈ ਹੈ। ਸੁਨਾਮ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਉਸ ਦੀ ਲੜਾਈ ਹੈ ਤਾਂ ਉਹ ਮੇਰੀ ਨਿਰੰਤਰ ਜਾਰੀ ਹੈ। ਕਿਸਾਨਾਂ ਦਾ ਵਿਰੋਧ ਜਾਂ ਤਾਂ ਨਹੀਂ ਕਿਤੇ ਰਹੂਗਾ ਕਿਉਂਕਿ ਬੀਜੇਪੀ ਨੂੰ ਲੈ ਕੇ ਕਾਫੀ ਨਿਰਾਸ਼ਾ ਰਹੀ। ਨਹੀਂ ਦੇਖੋ ਜੋ ਕਿਸਾਨੀ ਕਾਨੂੰਨ ਸੀਗੇ ਉਹ ਗਲਤ ਸੀਗੇ। ਅਸੀਂ ਉਦੋਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਸੀ। ਅੱਗੇ ਇਹੋ ਜਿਹਾ ਮਾਹੌਲ ਆਊਗਾ ਤਾਂ ਦੁਬਾਰਾ ਖੜਾਂਗੇ ਆਵਾਜ਼ ਉਠਾਵਾਂਗੇ। ਪਰ ਹਾਂ ਅੱਜ ਜਦੋਂ ਪ੍ਰਧਾਨ ਮੰਤਰੀ ਜੀ ਨੇ ਉਹਦੇ ਲਈ ਮਾਫੀ ਮੰਗ ਲਈ ਉਹ ਕਾਨੂੰਨ ਵਾਪਸ ਹੋ ਗਏ ਤਾਂ ਮੈਨੂੰ ਲੱਗਦਾ ਕਿ ਲੋਕੀ ਵੀ ਇੰਨੇ ਅਵੇਅਰ ਹੈਗੇ ਉਹ ਵੀ ਉਸ ਗੱਲ ਨੂੰ ਸਮਝਦੇ ਆ ਔਰ ਅੱਗੇ ਲੋਕਾਂ ਨੂੰ ਬਹੁਤ ਵੱਡੀਆਂ ਅਪੇਖਸ਼ਾਵਾਂ ਹੈ ਪ੍ਰਧਾਨ ਮੰਤਰੀ ਜੀ ਤੋਂ ਕਿ ਬਹੁਤ ਵੱਡੇ ਜਿਹੜੇ ਹੈਗੇ ਜਿਹੜੇ ਅਨਾਉਂਸਮੈਂਟਸ ਕਿਸਾਨਾਂ ਵਾਸਤੇ ਹੋਣ ਜਾ ਰਹੇ। ਬਹੁਤ ਬਹੁਤ ਧੰਨਵਾਦ ਜੀ ਦਮਨ ਬਾਜਵਾ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਖਰਕਾਰ ਕਾਂਗਰਸ ਗੱਲਾਂ ਕਿੰਨੀਆਂ ਮਰਜ਼ੀ ਕਰੀ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਸਥਿਤੀ ਪੈਦਾ ਹੋਈ ਤਾਂ ਉਦੋਂ ਬਾਅਦ ਦੇ ਹਾਲਾਤ ਇਹ ਬਣਦੇ ਨਜ਼ਰ ਆਉਂਦੇ ਨੇ ਕਿ ਕਿਤੇ ਨਾ ਕਿਤੇ ਹੁਣ ਬੀਜੇਪੀ ਦਾ ਪੱਲਾ ਫੜਦੇ ਹੋਏ ਲੀਡਰ ਸਾਹਮਣੇ ਦਿਖ ਰਹੇ ਨੇ। ਪਰ ਆਖਰਕਾਰ ਕਾਂਗਰਸ ਵਾਸਤੇ ਕੀ ਸਥਿਤੀ ਮਾਰੂ ਪੈ ਸਕਦੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਦੇਖਿਆ ਜਾਵੇ ਲੋਕ ਨਾਲ ਅਜਿਹੇ ਮੌਕਿਆਂ ਦੇ ਉੱਤੇ ਜੋੜਦੇ ਨੇ ਇੱਕ ਜਣੇ ਨੂੰ ਵੀ ਪਰ ਐਡਾ ਵੱਡਾ ਤੌਰ ਤੇ ਦੇਖਿਆ ਜਾਵੇ ਕੁਣਬਾ ਖਾਲੀ ਹੋਣ ਲੱਗ ਜੇ ਤਾਂ ਹੁਣ ਹਾਲਾਤ ਕਾਂਗਰਸ ਦੇ ਆਉਂਦੇ ਦਿਨਾਂ ਦੇ ਵਿੱਚ ਕੀ ਰਹਿਣ ਵਾਲੇ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ।